ਸਾਨੂੰ ਇਸ ਚੀਜ਼ ਦੀ ਬਹੁਤ ਸਾਰੀ ਕੁਐਰੀਜ਼ ਆ ਰਹੀਆਂ ਸੀ ਕਿ ਅਸਲ ਦੇ ਵਿੱਚ ਬੈਸਟ ਮਿਊਚੁਅਲ ਫੰਡ ਕਿਹੜਾ ਹੋ ਸਕਦਾ ਇਨਵੈਸਟ ਕਰਨ ਦੇ ਲਈ। ਤਾਂ ਸੋਚਿਆ ਇਸ ਟੌਪਿਕ ਤੇ ਇੱਕ ਪਾਰਟਿਕੂਲਰ ਵੀਡੀਓ ਬਣਾਈ ਜਾਵੇ। ਜਿੱਦਾਂ ਕਿ ਤੁਹਾਨੂੰ ਹੁਣ ਤੱਕ ਪਤਾ ਲੱਗ ਗਿਆ ਹੋਵੇਗਾ ਕਿ ਸਾਡੀ ਵੀਡੀਓਜ਼ ਨਾਰਮਲ ਵੀਡੀਓ ਦੀ ਤਰ੍ਹਾਂ ਨਹੀਂ ਹੈ, ਇਸ ਦੇ ਵਿੱਚ ਜ਼ਿਆਦਾਤਰ ਬਿਹਾਈਂਡ ਦਾ ਸੀਨ ਜੋ ਰਿਐਲਿਟੀ ਹੈ ਉਸ ਦੀ ਗੱਲ ਕੀਤੀ ਜਾਂਦੀ ਹੈ, ਜਿਹਦੇ ਬਾਰੇ ਜ਼ਿਆਦਾਤਰ ਫਾਈਨਾਂਸ ਇੰਡਸਟਰੀ ਸ਼ਾਇਦ ਜਾਣਨਾ ਹੀ ਨਹੀਂ ਚਾਹੁੰਦੀ। ਸੋ ਅੱਜ ਦੇ ਟਾਈਮ ਤੇ ਬਹੁਤ ਸਾਰੇ ਸ਼ਾਰਟਕਟ ਆ ਚੁੱਕੇ ਨੇ, ਬਹੁਤ ਸਾਰੇ DIY ਪਲੇਟਫਾਰਮਸ ਆ ਚੁੱਕੇ ਨੇ ਇੱਕ ਵਧੀਆ ਮਿਊਚੁਅਲ ਫੰਡ ਲੱਭਣ ਦੇ ਲਈ, ਜੋ ਰੈਂਕਿੰਗ ਤੇ ਰੇਟਿੰਗ ਸਾਰਾ ਕੁਝ ਦੱਸਦੇ ਨੇ। ਹੁਣ ਇਹ ਸਭ ਦੇ ਚੱਲਦੇ ਹੋਏ ਅਸਲ ਦੇ ਵਿੱਚ ਇਸ ਵੀਡੀਓ ਦਾ ਕੀ ਮਤਲਬ ਹੈ? ਪਰ ਕੀ ਹੋਏਗਾ ਜੇਕਰ ਤੁਹਾਨੂੰ ਦੱਸਿਆ ਜਾਵੇ ਕਿ ਇਹਨਾਂ ਪਲੇਟਫਾਰਮਸ ਦੀ ਰეკਮੈਂਡੇਸ਼ਨ ਦੇ ਵਿੱਚ ਇੱਕ ਡਰੋਬੈਕ ਹੈ। ਇਹ ਪਲੇਟਫਾਰਮ ਤੁਹਾਨੂੰ ਇਹ ਤਾਂ ਦੱਸਣਗੇ ਕਿ ਪਿਛਲੇ 3, 5 ਜਾਂ 10 ਸਾਲਾਂ ਦੇ ਵਿੱਚ ਕੀ ਰਿਟਰਨਸ ਰਹੇ, ਬਟ ਅਸਲ ਦੇ ਵਿੱਚ ਇਹਨਾਂ 3, 5 ਜਾਂ 10 ਸਾਲਾਂ ਦੇ ਵਿੱਚ ਕੀ ਕੁਝ ਹੋਇਆ ਇਹ ਤੁਹਾਨੂੰ ਕਦੇ ਵੀ ਨਹੀਂ ਦੱਸਣਗੇ। ਇਸ ਨੂੰ ਥੋੜਾ ਹੋਰ ਵਧੀਆ ਤਰੀਕੇ ਨਾਲ ਸਮਝਦੇ ਹਾਂ। ਜੇਕਰ ਤੁਸੀਂ ਮੈਨੂੰ ਪੁੱਛੋਗੇ ਕਿ ਬੈਸਟ ਮਿਊਚੁਅਲ ਫੰਡ ਕਿਹੜਾ, ਤਾਂ ਮੇਰਾ ਸਿੰਪਲ ਜਿਹਾ ਆਨਸਰ ਹੋਏਗਾ ਕਿ ਇਦਾਂ ਦਾ ਮਿਊਚੁਅਲ ਫੰਡ ਕਿ ਜਦੋਂ ਸਟਾਕ ਮਾਰਕੀਟ ਉੱਪਰ ਜਾਵੇ ਤਾਂ ਉਸ ਤੋਂ ਬੈਟਰ ਰਿਟਰਨ ਦੇਵੇ, ਤੇ ਜਦੋਂ ਸਟਾਕ ਮਾਰਕੀਟ ਕ੍ਰੈਸ਼ ਕਰੇ ਤਾਂ ਇੰਨਾ ਜ਼ਿਆਦਾ ਕ੍ਰੈਸ਼ ਨਾ ਹੋਵੇ। ਹੁਣ ਤੁਸੀਂ ਦੱਸੋ ਕਿ ਇਦਾਂ ਦਾ ਕਿਹੜਾ ਪਲੇਟਫਾਰਮ ਹੈ ਜਿਹੜਾ ਤੁਹਾਨੂੰ ਇਹ ਇਨਫੋਰਮੇਸ਼ਨ ਬੜੀ ਆਸਾਨੀ ਨਾਲ ਪ੍ਰੋਵਾਈਡ ਕਰ ਰਿਹਾ ਹੈ। ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਕੋਲ ਇਹ ਇੰਪੋਰਟੈਂਟ ਇਨਫੋਰਮੇਸ਼ਨ ਹੋਣੀ ਚਾਹੀਦੀ ਹੈ? ਇੱਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇਹਨਾਂ ਪਲੇਟਫਾਰਮ ਤੋਂ ਮਿਸਿੰਗ ਹੁੰਦੀਆਂ ਨੇ, ਜਿਵੇਂ ਕਿ ਸਟੈਂਡਰਡ ਡੈਵੀਏਸ਼ਨ, ਕੈਪਚਰ ਰੇਸ਼ੋ ਤੇ ਰੋਲਿੰਗ ਰਿਟਰਨ ਐਨਾਲਿਸਿਸ ਤੇ ਹੋਰ ਵੀ ਬਹੁਤ ਕੁਝ। ਪਰ ਤੁਸੀਂ ਇਸ ਚੀਜ਼ ਦੀ ਟੈਨਸ਼ਨ ਨਾ ਲਓ, ਕਿਉਂਕਿ ਅਸੀਂ ਤੁਹਾਡੇ ਲਈ ਇਹ ਸਾਰਾ ਕੰਮ ਕਰ ਚੁੱਕੇ ਹਾਂ। ਹੁਣ ਇਹ ਸਭ ਕੁਝ ਕਰਨ ਤੋਂ ਬਾਅਦ ਦੇਖਦੇ ਹਾਂ ਕਿ ਸਾਡੀ 2022-23 ਦੀ ਲਾਰਜ ਕੈਪ ਕੈਟਾਗਰੀ ਦੀ ਟੌਪ ਲਿਸਟ ਕਿਹੜੀ ਹੈ। ਅਸੀਂ ਟੌਪ ਦੇ 6 ਫੰਡਸ ਨੂੰ ਕੰਪੇਅਰ ਕਰਾਂਗੇ ਤੇ ਉਸ ਦੇ ਵਿੱਚੋਂ ਬੈਸਟ ਲਾਰਜ ਕੈਪ ਰეკਮੈਂਡੇਸ਼ਨ ਤੁਹਾਡੇ ਸਾਹਮਣੇ ਰੱਖਾਂਗੇ। ਤੁਸੀਂ ਇਹ ਸੇਮ ਮੈਥਡ ਬਾਕੀ ਕੈਟਾਗਰੀਜ਼ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ। ਸਭ ਤੋਂ ਪਹਿਲਾ ਫੈਕਟਰ ਹੈ ਇਹਨਾਂ ਫੰਡ ਦੇ ਰਿਟਰਨ ਕਿਵੇਂ ਦੇ ਹੋਣਗੇ। ਰਿਟਰਨ ਮੈਜਰ ਕਰਨ ਲਈ ਅਲੱਗ-ਅਲੱਗ ਤਰੀਕੇ ਹੁੰਦੇ ਨੇ, ਤਾਂ ਆਪਾਂ ਪਹਿਲਾਂ ਇਹਨਾਂ 6 ਫੰਡ ਦੇ ਰਿਟਰਨਸ ਪੁਆਇੰਟ ਟੂ ਪੁਆਇੰਟ ਲਿਖ ਲੈਂਦੇ ਹਾਂ। ਕਰੰਟਲੀ ਇਸ ਵੀਡੀਓ ਨੂੰ ਰਿਕਾਰਡ ਕਰਨ ਦੇ ਟਾਈਮ ਤੇ ਇਹਨਾਂ ਫੰਡ ਦੇ ਰਿਟਰਨ ਤੁਹਾਨੂੰ ਕੁਝ ਇਸ ਤਰੀਕੇ ਨਾਲ ਦੇਖਣ ਨੂੰ ਮਿਲਣਗੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਨੀਚੇ ਦੇ 2 ਫੰਡਸ ਇੰਡੈਕਸ ਫੰਡ ਨੇ। ਇਸ ਦਾ ਮਤਲਬ ਇਹ ਹੈ ਕਿ ਦੋਨੋਂ ਫੰਡ ਨਿਫਟੀ ਜਾਂ ਸੈਂਸੈਕਸ ਇੰਡੈਕਸ ਦੀ ਤਰ੍ਹਾਂ ਕੰਮ ਕਰਦੇ ਨੇ। ਜਿਵੇਂ ਤੁਹਾਡਾ ਨਿਫਟੀ ਜਾਂ ਸੈਂਸੈਕਸ ਉੱਪਰ ਨੀਚੇ ਜਾਏਗਾ ਉਵੇਂ ਹੀ ਇੰਡੈਕਸ ਫੰਡਸ ਕੰਮ ਕਰਨਗੇ। ਇਹਨਾਂ ਨੂੰ ਪੈਸਿਵ ਫੰਡਸ ਵੀ ਕਿਹਾ ਜਾਂਦਾ ਹੈ, ਕਿਉਂਕਿ ਇਹਨਾਂ ਨੂੰ ਐਕਟਿਵਲੀ ਟਰੈਕ ਨਹੀਂ ਕਰਨਾ ਪੈਂਦਾ, ਤੇ ਜਿਨ੍ਹਾਂ ਨੂੰ ਐਕਟਿਵਲੀ ਟਰੈਕ ਕਰਨਾ ਪੈਂਦਾ ਉਹਨਾਂ ਨੂੰ ਐਕਟਿਵ ਫੰਡਸ ਕਿਹਾ ਜਾਂਦਾ ਹੈ। ਉੱਪਰ ਦੇ 4 ਫੰਡਸ ਐਕਟਿਵ ਫੰਡਸ ਦੀ ਤਰ੍ਹਾਂ ਕੰਮ ਕਰਦੇ ਨੇ। ਜਿਹੜੇ ਲੋਕ ਬਿਨਾਂ ਸੋਚੇ ਸਮਝੇ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਨਾ ਚਾਹੁੰਦੇ ਨੇ ਉਹਨਾਂ ਲਈ ਇੰਡੈਕਸ ਫੰਡਸ ਬੈਸਟ ਆਪਸ਼ਨ ਰਹਿੰਦਾ ਹੈ। ਬਟ ਜਿਹੜੇ ਲੋਕ ਥੋੜਾ ਸੋਚ ਕੇ ਜਾਂ ਫਿਰ ਰਿਸਰਚ ਕਰਕੇ ਇਨਵੈਸਟ ਕਰਨਾ ਚਾਹੁੰਦੇ ਨੇ ਉਹ ਐਕਟਿਵ ਮਿਊਚੁਅਲ ਫੰਡ ਦੇ ਵਿੱਚ ਇਨਵੈਸਟ ਕਰਦੇ ਨੇ। ਇਹਦੇ ਵਿੱਚ ਰਿਸਕ ਤਾਂ ਥੋੜਾ ਜ਼ਿਆਦਾ ਰਹਿੰਦਾ, ਬਟ ਵਧੀਆ ਰਿਟਰਨ ਮਿਲਣ ਦੇ ਚਾਂਸਸ ਵੀ ਜ਼ਿਆਦਾ ਹੁੰਦੇ ਨੇ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਨੀਚੇ ਵਾਲੇ ਫੰਡਸ ਦਾ ਰਿਟਰਨ ਆਲਮੋਸਟ ਸੇਮ ਹੈ ਤੇ ਉੱਪਰ ਵਾਲੇ 4 ਫੰਡ ਦਾ ਰਿਟਰਨ ਅਲੱਗ-ਅਲੱਗ ਹੈ। ਇਹ ਵੀ ਕਹਿ ਸਕਦੇ ਹਾਂ ਕਿ 5 ਸਾਲ ਦੇ ਪੀਰੀਅਡ ਦੇ ਵਿੱਚ ਐਕਟਿਵ ਮਿਊਚੁਅਲ ਫੰਡ ਨੇ ਪੈਸਿਵ ਮਿਊਚੁਅਲ ਫੰਡ ਨੂੰ ਬੀਟ ਕੀਤਾ ਹੈ, ਤੇ 3 ਸਾਲ ਦੇ ਪੀਰੀਅਡ ਦੇ ਵਿੱਚ ਕੁਝ ਨੇ ਬੀਟ ਕੀਤਾ ਹੈ ਤੇ ਕੁਝ ਨੇ ਨਹੀਂ ਕੀਤਾ। ਇੱਥੇ ਤੁਸੀਂ ਕਹਿ ਸਕਦੇ ਹੋ ਕਿ ਹਾਈ ਰਿਸਕ ਹਾਈ ਗੇਨ। ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਫੰਡ ਦੀ ਪਾਸਟ ਪਰਫਾਰਮੈਂਸ ਤੋਂ ਕੁਝ ਜ਼ਿਆਦਾ ਨਹੀਂ ਪਤਾ ਲੱਗ ਰਿਹਾ, ਤਾਂ ਇਸ ਨੂੰ ਥੋੜਾ ਹੋਰ ਡੀਪਲੀ ਜਾ ਕੇ ਸਮਝਦੇ ਹਾਂ ਕਿ ਅਸਲ ਦੇ ਵਿੱਚ ਇਹਨਾਂ ਮਿਊਚੁਅਲ ਫੰਡ ਨੇ ਪਰਫਾਰਮ ਕਿਸ ਤਰੀਕੇ ਨਾਲ ਕੀਤਾ। ਜਿਹੜਾ ਪਹਿਲਾ ਫੈਕਟਰ ਹੁੰਦਾ ਉਹ ਹੁੰਦਾ ਇਹਨਾਂ ਫੰਡਸ ਦਾ ਸਟੈਂਡਰਡ ਡੈਵੀਏਸ਼ਨ। ਪਰ ਅਸਲ ਦੇ ਵਿੱਚ ਇਹ ਸਟੈਂਡਰਡ ਡੈਵੀਏਸ਼ਨ ਹੁੰਦਾ ਕੀ ਹੈ? ਤੁਸੀਂ ਇਸ ਨੂੰ ਇਸ ਤਰੀਕੇ ਨਾਲ ਸਮਝ ਸਕਦੇ ਹੋ ਕਿ ਇੱਕ ਫੰਡ ਦੇ ਪ੍ਰਾਈਸ ਨੇ ਕਿੰਨਾ ਜ਼ਿਆਦਾ ਫਲਕਚੁਏਟ ਕੀਤਾ, ਜਾਂ ਫਿਰ ਇਸ ਤਰੀਕੇ ਨਾਲ ਕਹਿ ਸਕਦੇ ਹੋ ਕਿ ਜੇ ਅਗਰ 2 ਫੰਡਸ ਨੇ ਤਾਂ ਉਹਨਾਂ ਦੀ ਮੂਵਮੈਂਟ ਕੁਝ ਇਸ ਤਰੀਕੇ ਨਾਲ ਦਿਖਦੀ ਹੈ। ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਫੰਡ A ਦੀ ਮੂਵਮੈਂਟ ਕਾਫੀ ਜ਼ਿਆਦਾ ਨਹੀਂ ਹੈ, ਜੋ ਕਿ 20 ਤੋਂ 24 ਦੇ ਵਿੱਚ ਫਲਕਚੁਏਟ ਕਰ ਰਹੀ ਹੈ, ਕਿ ਕਾਫੀ ਸਟੇਬਲ ਹੈ। ਤੇ ਦੂਜੇ ਪਾਸੇ ਫੰਡ B ਦੀ ਫਲਕਚੁਏਸ਼ਨ ਕਾਫੀ ਜ਼ਿਆਦਾ ਹੈ। ਹੁਣ ਜ਼ਿਆਦਾਤਰ ਲੋਕ ਫੰਡ A ਦੇ ਵਿੱਚ ਇਨਵੈਸਟ ਕਰਨਾ ਪ੍ਰੈਫਰ ਕਰਨਗੇ, ਕਿਉਂਕਿ ਇਸ ਦੀ ਮੂਵਮੈਂਟ ਦਾ ਆਈਡੀਆ ਲਗਾਇਆ ਜਾ ਸਕਦਾ ਹੈ। ਇਸ ਕੇਸ ਦੇ ਵਿੱਚ ਫੰਡ B ਦਾ ਸਟੈਂਡਰਡ ਡੈਵੀਏਸ਼ਨ ਕਾਫੀ ਜ਼ਿਆਦਾ ਹੈ ਤੇ ਫੰਡ A ਦਾ ਸਟੈਂਡਰਡ ਡੈਵੀਏਸ਼ਨ ਕਾਫੀ ਘੱਟ ਹੈ। ਹੁਣ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਅਸਲ ਦੇ ਵਿੱਚ ਸਟੈਂਡਰਡ ਡੈਵੀਏਸ਼ਨ ਕਿਸੇ ਵੀ ਫੰਡ ਦੇ ਰਿਸਕ ਨੂੰ ਡਿਫਾਈਨ ਕਰਦਾ ਹੈ। ਜਿੰਨਾ ਜ਼ਿਆਦਾ ਸਟੈਂਡਰਡ ਡੈਵੀਏਸ਼ਨ ਹੋਏਗਾ ਉਨਾ ਹੀ ਉਹ ਫੰਡ ਰਿਸਕੀ ਹੋਏਗਾ। ਇਹਨਾਂ 6 ਲਾਰਜ ਕੈਪ ਫੰਡਸ ਦਾ ਸਟੈਂਡਰਡ ਡੈਵੀਏਸ਼ਨ ਕੁਝ ਇਸ ਤਰੀਕੇ ਨਾਲ ਦੇਖਣ ਨੂੰ ਮਿਲੇਗਾ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ 2 ਫੰਡਸ ਦੀ 5 ਈਅਰ ਪਰਫਾਰਮੈਂਸ ਸਭ ਤੋਂ ਵਧੀਆ ਰਹੀ ਹੈ ਉਹ ਹੈ ਐਕਸਿਸ ਤੇ ਕੈਨਰਾ ਰੋਬੈਕੋ। ਇਹਨਾਂ ਦਾ ਸਟੈਂਡਰਡ ਡੈਵੀਏਸ਼ਨ ਵੀ ਸਭ ਤੋਂ ਘੱਟ ਹੈ, ਜੋ ਕਿ ਸਾਡੇ ਲਈ ਇੱਕ ਵਧੀਆ ਸਾਈਨ ਹੈ। ਬਟ ਸਟੋਰੀ ਹਜੇ ਬਾਕੀ ਹੈ। ਇਹਨਾਂ ਦਾ ਸ਼ਾਰਪ ਰੇਸ਼ੋ ਕੰਪੇਅਰ ਕਰਦੇ ਹਾਂ। ਹੁਣ ਅਸਲ ਦੇ ਵਿੱਚ ਇਹ ਸ਼ਾਰਪ ਰੇਸ਼ੋ ਹੁੰਦਾ ਕੀ ਹੈ? ਮੈਥਮੈਟਿਕਲੀ ਥੋੜਾ ਕੰਪਲੀਕੇਟਡ ਹੈ, ਬਟ ਇਸ ਤਰੀਕੇ ਨਾਲ ਸਮਝ ਸਕਦੇ ਹਾਂ ਕਿ ਸ਼ਾਰਪ ਰੇਸ਼ੋ ਫੰਡਸ ਇਹ ਦੱਸਦੇ ਨੇ ਕਿ ਕਿਸੇ ਵੀ ਫੰਡ ਨੇ ਰਿਸਕ ਮੈਨੇਜ ਕਰਕੇ ਕਿੰਨੇ ਵਧੀਆ ਤਰੀਕੇ ਨਾਲ ਰਿਟਰਨਸ ਦਿੱਤੇ ਨੇ। ਜਿੰਨਾ ਜ਼ਿਆਦਾ ਸ਼ਾਰਪ ਰੇਸ਼ੋ ਹੋਏਗਾ ਉਨਾ ਹੀ ਜ਼ਿਆਦਾ ਵਧੀਆ ਹੋਏਗਾ। ਹੁਣ ਦੇਖਦੇ ਹਾਂ ਕਿ ਇਹਨਾਂ 6 ਫੰਡਸ ਦਾ ਸ਼ਾਰਪ ਰੇਸ਼ੋ ਕਿਸ ਤਰੀਕੇ ਦਾ ਹੈ। ਹੁਣ ਸ਼ਾਇਦ ਤੁਹਾਨੂੰ ਪਿਕਚਰ ਥੋੜੀ ਵਧੀਆ ਤਰੀਕੇ ਨਾਲ ਕਲੀਅਰ ਹੋਣੀ ਸ਼ੁਰੂ ਹੋ ਗਈ ਹੋਗੀ ਕਿ ਐਕਸਿਸ ਜੋ ਹੁਣ ਤੱਕ ਸਾਰੇ ਪੈਰਾਮੀਟਰ ਤੇ ਟੌਪ ਤੇ ਸੀ, ਇੱਥੇ ਆ ਕੇ ਥੋੜਾ ਵੀਕ ਪੈਣਾ ਸ਼ੁਰੂ ਹੋ ਗਿਆ। ਤੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਕਿ ਕੈਨਰਾ ਰੋਬੈਕੋ ਬਲੂ ਚਿਪ ਇਸ ਪੈਰਾਮੀਟਰ ਤੇ ਹੀ ਵਧੀਆ ਤਰੀਕੇ ਨਾਲ ਪਰਫਾਰਮ ਕਰ ਰਿਹਾ, ਕਿ ਸਾਡੇ ਅਗਲੇ 2 ਪੈਰਾਮੀਟਰ ਤੇ ਹੀ ਵਧੀਆ ਤਰੀਕੇ ਨਾਲ ਪਰਫਾਰਮ ਕਰੇਗਾ। ਹੁਣ ਗੱਲ ਕਰਦੇ ਹਾਂ ਇਹਨਾਂ ਫੰਡਸ ਦੇ ਅਲਫਾ ਤੇ ਬੀਟਾ ਐਨਾਲਿਸਿਸ ਦੀ। ਅਲਫਾ ਦੱਸਦਾ ਹੈ ਕਿ ਫੰਡ ਕਿੰਨਾ ਐਕਸੈਸ ਰਿਟਰਨ ਜਨਰੇਟ ਕਰਦਾ ਹੈ ਇੰਡੈਕਸ ਤੋਂ। ਅਲਫਾ ਇਜ਼ ਗ੍ਰੇਟਰ ਦੈਨ 1 ਇਹ ਇੰਡੀਕੇਟ ਕਰਦਾ ਹੈ ਕਿ ਫੰਡ ਦੇ ਵਿੱਚ ਕੈਪੇਬਿਲਿਟੀ ਹੈ ਇੰਡੈਕਸ ਨੂੰ ਬੀਟ ਕਰਨ ਦੀ। ਲੈਸ ਦੈਨ 1 ਇਜ਼ ਆਬਵੀਅਸਲੀ ਨਾਟ ਪ੍ਰੈਫਰਡ। ਬੀਟਾ ਦੱਸਦਾ ਹੈ ਕਿ ਜੇਕਰ ਇੰਡੈਕਸ 100 ਪੁਆਇੰਟ ਡਿੱਗੇਗਾ ਤਾਂ ਫੰਡ 100 ਤੋਂ ਜ਼ਿਆਦਾ ਜਾਂ ਫਿਰ ਉਸ ਤੋਂ ਘੱਟ ਡਿੱਗੇਗਾ। ਮਤਲਬ ਅਗਰ ਬੀਟਾ 1.2 ਹੈ ਤਾਂ ਇੰਡੈਕਸ 100 ਪੁਆਇੰਟ ਡਿੱਗਦਾ ਹੈ ਤਾਂ ਫੰਡ 120 ਪੁਆਇੰਟ ਡਿੱਗੇਗਾ। ਬੀਟਾ ਜਿੰਨਾ ਘੱਟ ਹੋਏਗਾ ਉਨਾ ਹੀ ਜ਼ਿਆਦਾ ਬੈਟਰ ਹੋਏਗਾ। ਇਹਨਾਂ 6 ਫੰਡਸ ਦਾ ਅਲਫਾ ਤੇ ਬੀਟਾ ਕੁਝ ਇਸ ਤਰੀਕੇ ਨਾਲ ਦੇਖਣ ਨੂੰ ਮਿਲੇਗਾ। ਤਾਂ ਹੁਣ ਆਲਮੋਸਟ ਇਹ ਸਾਰਾ ਕੁਝ ਕਲੀਅਰ ਹੋ ਹੀ ਚੁੱਕਿਆ ਹੈ ਕਿ ਕੈਨਰਾ ਰੋਬੈਕੋ ਲਾਸਟ 2 ਪੈਰਾਮੀਟਰ ਦੇ ਵਿੱਚ ਵੀ ਬਾਕੀਆਂ ਤੋਂ ਅੱਗੇ ਰਿਹਾ। ਈਵਨ ਕਿ ਇਸ ਦਾ ਅਲਫਾ ਬਾਕੀ ਫੰਡ ਦੇ ਕੰਪੈਰੀਜ਼ਨ 'ਚ ਸਭ ਤੋਂ ਜ਼ਿਆਦਾ ਵਧੀਆ ਹੈ। ਤਾਂ ਹੁਣ ਅਸੀਂ ਵੈਰੀ ਸ਼ੋਰਲੀ ਕਹਿ ਸਕਦੇ ਹਾਂ ਕਿ ਲਾਰਜ ਕੈਪ ਕੈਟਾਗਰੀ 2022 ਦਾ ਜੋ ਬੈਸਟ ਫੰਡ ਹੈ ਉਹ ਹੈ ਕੈਨਰਾ ਰੋਬੈਕੋ ਬਲੂ ਚਿਪ ਇਕੁਇਟੀ ਫੰਡ। ਇਸ ਫੰਡ ਦੀ ਪਾਸਟ ਪਰਫਾਰਮੈਂਸ ਤੇ ਐਕਸਪੈਂਸ ਰੇਸ਼ੋ ਵੀ ਐਕਸੈਪਟੇਬਲ ਕੈਟਾਗਰੀ ਦੇ ਵਿੱਚ ਆਉਂਦੀ ਹੈ। ਤਾਂ ਸਾਡੀ ਲਾਰਜ ਕੈਪ 2022 ਦੀ ਜੋ ਬੈਸਟ ਰეკਮੈਂਡੇਸ਼ਨ ਰਹੇਗੀ ਉਹ ਵੀ ਕੈਨਰਾ ਰੋਬੈਕੋ ਬਲੂ ਚਿਪ ਹੀ ਰਹੇਗੀ। ਤੇ ਸਭ ਤੋਂ ਵਧੀਆ ਗੱਲ ਇਹ ਹੈ ਕਿ 2021 ਦੇ ਵਿੱਚ ਵੀ ਅਸੀਂ ਸੇਮ ਐਨਾਲਿਸਿਸ ਕੀਤਾ ਸੀ, ਜਿਹਦੇ ਵਿੱਚ ਬੈਸਟ ਫੰਡ ਕੈਨਰਾ ਰੋਬੈਕੋ ਹੀ ਨਿਕਲ ਕੇ ਸਾਹਮਣੇ ਆਇਆ ਸੀ।
ਜੇਕਰ ਤੁਸੀਂ ਹੋਰ ਫੰਡਸ ਦੀ ਕੈਟਾਗਰੀ ਦਾ ਕੰਪੈਰੀਜ਼ਨ ਦੇਖਣਾ ਚਾਹੁੰਦੇ ਹੋ ਤਾਂ ਸਾਨੂੰ ਕਮੈਂਟਸ ਦੇ ਵਿੱਚ ਜ਼ਰੂਰ ਦੱਸਿਓ। ਐਦਾਂ ਦੀਆਂ ਹੋਰ ਵੀਡੀਓਜ਼ ਦੇ ਲਈ ਤੁਸੀਂ ਸਬਸਕ੍ਰਾਈਬ ਕਰ ਸਕਦੇ ਹੋ ਬੀ ਕਿਫਾਇਤੀ ਹੁਣ ਪੰਜਾਬੀ 'ਚ।